कहानी बिना धुप पर छावें। लेखिका तृप्ता के सिंह, आवाज अवतार सिंह ढिल्लों। सुधीर ਦੀ ਅਜੇ ਅੱਖ ਨਹੀਂ ਸੀ ਖੁੱਲੀ ਕਿ ਉਸਨੂੰ ਬਾਥਰੂਮ ਵਿੱਚ ਕਿਸੇ ਦੇ ਉਲਟੀਆਂ ਕਰਨ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਬੈੱਡ ਦੇ ਦੂਜੇ ਪਾਸੇ ਨਜ਼ਰ ਘੁਮਾ ਕੇ ਵੇਖਿਆ ਤਾਂ ਵਸੂਦਾ ਉੱਥੇ ਨਹੀਂ ਸੀ। ਸੁਧੀਰ ਸੁੱਤ ਨੀਂਦਰੇ ਵਿੱਚ ਪੈਰਾਂ 'ਚ ਸਲੀਪਰ ਫਸਾ ਬਾਥਰੂਮ ਵੱਲ ਨੂੰ ਹੋਇਆ ਤਾਂ ਵਸੂਦਾ ਮੂੰਹ ਪੂੰਝਦੀ ਬਾਥਰੂਮ ਵਿੱਚੋਂ ਬਾਹਰ ਨਿਕਲੀ। ਕੀ ਹੋਇਆ ਸੁਧੀਰ ਨੇ ਪਰੇਸ਼ਾਨ ਜਿਹਾ ਹੋ ਕੇ ਪੁੱਛਿਆ। ਕੁਝ ਨਹੀਂ, ਬਸ ਐਵੇਂ ਹੀ ਜੀ ਮਿਚਲਾ ਰਿਹਾ ਸੀ, ਫਿਰ ਉਲਟੀ ਜੀ ਆਉਣ ਨੂੰ ਮਨ ਕਰਨ ਲੱਗ ਪਿਆ। ਕੱਲ ਕੁਝ ਉਲਟਾ ਸਿੱਧਾ ਖਾ ਲਿਆ ਹੋਣਾ? ਨਹੀਂ, ਖਾਧਾ ਤਾਂ ਕੁਝ ਨਹੀਂ, ਬਸ ਸਬਜ਼ੀ ਰੋਟੀ ਖਾਧੀ ਸੀ। ਚੱਲ ਤੂੰ ਲੇਟ, ਮੈਂ ਚਾਹ ਬਣਾ ਕੇ ਲਿਆਉਂਦਾ। ਚਾਹ ਪੀ ਕੇ ਵਸੂਦਾ ਤੇ ਸੁਧੀਰ ਆਪਣੇ ਰੂਟੀਨ ਦੇ ਕੰਮਾਂ ਵਿੱਚ ਰੁੱਝ ਗਏ। ਸੁਧੀਰ ਦਫ਼ਤਰ ਲਈ ਤਿਆਰ ਹੋਣ ਲੱਗਾ ਤੇ ਵਸੂਦਾ ਨਾਸ਼ਤੇ ਦੀ ਤਿਆਰੀ ਕਰਨ ਲੱਗੀ। ਦੋਵਾਂ ਨੇ ਨਾਸ਼ਤਾ ਕੀਤਾ ਤੇ ਫਿਰ ਸੁਧੀਰ ਦਫ਼ਤਰ ਚਲਾ ਗਿਆ। ਸੁਧੀਰ ਦੇ ਪਰਤਣ ਤੱਕ ਵਸੂਦਾ ਘਰ ਦੇ ਨਿੱਕੇ ਮੋਟੇ ਕੰਮ ਮੁਕਾ ਕੇ ਅਧਿਆਤਮਕਵਾਦੀ ਪੁਸਤਕਾਂ ਪੜ੍ਹਦੀ ਇੱਕ ਅਲੱਗ ਹੀ ਦੁਨੀਆ ਵਿੱਚ ਵਿਚਰਦੀ ਰਹਿੰਦੀ। ਫਾਲਤੂ ਦਾ ਘੁੰਮਣਾ ਫਿਰਨਾ ਜਾਂ ਆਂਢ ਗੁਆਂਢ ਵਿੱਚ ਬੈਠ ਕੇ ਗੱਪਬਾਜ਼ੀ ਦਾ ਵਸੂਦਾ ਨੂੰ ਕੋਈ ਸ਼ੌਕ ਨਹੀਂ ਸੀ। ਉਹ ਇਕੱਲੀ ਰਹਿਣਾ ਪਸੰਦ ਕਰਦੀ ਸੀ। ਦੂਸਰੀ ਸਵੇਰ ਵੀ ਵਸੂਦਾ ਦੀਆਂ ਉਲਟੀਆਂ ਦੀਆਂ ਆਵਾਜ਼ਾਂ ਨਾਲ ਹੀ ਸੁਧੀਰ ਦੀ ਅੱਖ ਖੁੱਲੀ ਸੀ। ਬਾਥਰੂਮ ਤੋਂ ਪਰਤ ਕੇ ਵਸੂਦਾ ਨਿਢਾਲ ਜਿਹੀ ਬੈੱਡ ਤੇ ਆ ਲੇਟੀ ਸੀ। ਸੁਧੀਰ ਨੇ ਹੌਲੀ ਜਿਹੇ ਵਸੂਦਾ ਦੇ ਮੱਥੇ ਤੇ ਹੱਥ ਫੇਰਿਆ, ਪਰ ਉਹ ਅੱਖਾਂ ਮੀਟੀ ਉਂਝ ਹੀ ਪਈ ਰਹੀ। ਇਸ ਉਮਰ ਵਿੱਚ ਬਦਹਜ਼ਮੀ, ਗੈਸ, ਖੱਟੇ ਡਕਾਰ ਇੱਕ ਆਮ ਜੀ ਗੱਲ ਹੈ। ਅੱਜ ਸ਼ਾਮ ਨੂੰ ਕੈਮਿਸਟ ਤੋਂ ਕੋਈ ਦਵਾਈ ਜਾਂ ਚੂਰਨ ਲੈ ਕੇ ਆਵਾਂਗਾ, ਸੋਚਦਾ ਹੋਇਆ ਸੁਧੀਰ ਚਾਹ ਬਣਾਉਣ ਰਸੋਈ ਵਿੱਚ ਚਲਾ ਗਿਆ। ਸ਼ਾਮ ਨੂੰ ਉਸਨੇ ਇੱਕ ਚੂਰਨ ਦੀ ਸ਼ੀਸ਼ੀ ਲਿਆ ਕੇ ਵਸੂਦਾ ਨੂੰ ਫੜਾਈ ਤੇ ਖਾਣਾ ਖਾਣ ਤੋਂ ਬਾਅਦ ਲੈਣ ਨੂੰ ਆਪ ਅਖਬਾਰ ਦੇ ਪੰਨੇ ਪਲਟਣ ਲੱਗਾ। ਵਸੂਦਾ ਦੀਆਂ ਸਵੇਰ ਵਾਲੀਆਂ ਉਲਟੀਆਂ ਦਾ ਸਿਲਸਿਲਾ ਜਦੋਂ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਨਾ ਰੁਕਿਆ ਤਾਂ ਸੁਧੀਰ ਨੂੰ ਫਿਕਰ ਹੋਣ ਲੱਗਾ। ਅੱਜ ਸ਼ਾਮੀ ਕਿਸੇ ਡਾਕਟਰ ਕੋਲ ਵਿਖਾ ਲਿਆਵਾਂਗਾ ਸੁਧੀਰ ਨੂੰ, ਸੋਚਦਾ ਹੋਇਆ ਸੁਧੀਰ ਤਿਆਰ ਹੋਣ ਲੱਗਾ। ਅਚਾਨਕ ਉਸਦੀ ਨਜ਼ਰ ਸਾਹਮਣੇ ਸ਼ੈਲਫ ਤੇ ਪਈ ਚੂਰਨ ਦੀ ਸ਼ੀਸ਼ੀ ਤੇ ਪਈ ਤਾਂ ਉਸਨੇ ਵੇਖਿਆ ਕਿ ਸ਼ੀਸ਼ੀ ਦੀ ਤਾਂ ਅਜੇ ਸੀਲ ਵੀ ਨਹੀਂ ਸੀ ਟੁੱਟੀ। ਵਸੂਦਾ ਨੇ ਨਹੀਂ ਸੀ ਖਾਧਾ ਉਹ ਚੂਰਨ ਤੇ ਫਿਰ ਠੀਕ ਕਿੱਥੋਂ ਹੋਣਾ ਸੀ? ਸ਼ੀਸ਼ੀ ਚੁੱਕੋ ਵਸੂਦਾ ਕੋਲ ਜਾ ਖਲੋਤਾ। ਸ਼ੀਸ਼ੀ ਉਸਦੇ ਮੂਹਰੇ ਕਰਕੇ ਉਸਨੇ ਸਵਾਲੀਆ ਨਜ਼ਰਾਂ ਨਾਲ ਵਸੂਦਾ ਵੱਲ ਵੇਖਿਆ। ਵਸੂਦਾ ਨੇ ਸ਼ੀਸ਼ੀ ਉਸਦੇ ਹੱਥੋਂ ਫੜ ਲਈ। ਬੈਠੋ, ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ। ਵਸੂਦਾ ਦਾ ਗੰਭੀਰ ਚਿਹਰਾ ਵੇਖ ਸੁਧੀਰ ਥੋੜਾ ਪਰੇਸ਼ਾਨ ਹੋ ਗਿਆ। ਮੈਨੂੰ ਕੁਝ ਨਹੀਂ ਹੋਇਆ, ਮੈਂ ਕਿਸੇ ਕਿਸਮ ਦੀ ਕੋਈ ਦਵਾਈ ਨਹੀਂ ਖਾਣੀ। ਵਸੂਦਾ ਦੇ ਚਿਹਰੇ ਤੋਂ ਸੁਧੀਰ ਨੂੰ ਕੁਝ ਵੀ ਸਪਸ਼ਟ ਨਹੀਂ ਸੀ ਹੋਇਆ। ਕਿਉਂ, ਤੈਨੂੰ ਆਪਣੀ ਸਿਹਤ ਦਾ ਜ਼ਰਾ ਵੀ ਖਿਆਲ ਨਹੀਂ? ਖਿਆਲ ਹੈ ਤਾਂ ਹੀ ਤਾਂ ਕਹਿ ਰਹੀ ਹਾਂ, ਇਹੋ ਜਿਹੀ ਹਾਲਤ ਵਿੱਚ ਕੋਈ ਦਵਾਈ ਨਹੀਂ ਲੈਣੀ ਚਾਹੀਦੀ, ਖਾਸ ਕਰਕੇ ਸ਼ੁਰੂਆਤੀ ਮਹੀਨਿਆਂ ਵਿੱਚ। ਵਸੂਦਾ ਦੇ ਚਿਹਰੇ ਤੇ ਸ਼ਰਮ ਮਿਲੀ ਮੁਸਕਰਾਹਟ ਖੇਡ ਰਹੀ ਸੀ। ਕਿਸ ਤਰ੍ਹਾਂ ਦੀ ਹਾਲਤ ਵਿੱਚ? ਸੁਧੀਰ ਨੂੰ ਅਜੇ ਵੀ ਕੁਝ ਸਮਝ ਨਹੀਂ ਸੀ ਆਇਆ। ਮੈਂ ਮਾਂ ਬਣਨ ਵਾਲੀ ਹਾਂ। ਵਸੂਦਾ ਨੇ ਹਲਕਾ ਜਿਹਾ ਸ਼ਰਮਾ ਕੇ ਧੌਣ ਨੀਵੀਂ ਪਾ ਲਈ। ਵਸੂਦਾ ਦੇ ਮੂੰਹੋਂ ਇਹ ਖਬਰ ਸੁਣ ਕੇ ਇੱਕ ਵਾਰ ਤਾਂ ਸੁਧੀਰ ਦੇ ਸਾਰੇ ਜਿਸਮ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਪਰ ਦੂਜੇ ਹੀ ਪਲ ਇਹ ਖੁਸ਼ੀ ਕਾਫੂਰ ਹੋ ਗਈ ਜਦੋਂ ਸੁਧੀਰ ਨੇ ਨੀਵੀਂ ਪਾਈ ਬੈਠੀ ਵਸੂਦਾ ਵੱਲ ਗੌਰ ਨਾਲ ਵੇਖਿਆ। ਵਸੂਦਾ ਦੇ ਸਿਰ ਤੇ ਚਾਂਦੀ ਦੀਆਂ ਤਾਰਾਂ ਚਮਕ ਰਹੀਆਂ ਸਨ। ਮੱਥੇ ਤੇ ਹਲਕੀਆਂ ਰਿਖਾਵਾਂ ਤੇ ਠੋਡੀ ਹੇਠਾਂ ਡਬਲ ਚਿੰਨ ਨਜ਼ਰ ਆ ਰਹੀ ਸੀ। ਸੁਧੀਰ ਨੂੰ ਯਾਦ ਆਇਆ ਕਿ ਪਿਛਲੇ 1-2 ਮਹੀਨਿਆਂ ਤੋਂ ਵਸੂਦਾ ਦੇ ਪੀਰੀਅਡਸ ਵੀ ਡਿਸਟਰਬ ਸਨ, ਪਰ ਉਮਰ ਦੇ ਇਸ ਪੜਾਅ ਤੇ ਪਹੁੰਚ ਇਸ ਤਰ੍ਹਾਂ ਹੋਣਾ ਇੱਕ ਆਮ ਵਰਤਾਰਾ ਹੈ, ਸੋਚ ਕੇ ਸੁਧੀਰ ਚੁੱਪ ਹੀ ਰਿਹਾ ਸੀ। ਵਸੂਦਾ ਦੇ ਔਰਤ ਮਨ ਦੇ ਕਿਸੇ ਕੋਨੇ ਵਿੱਚ ਮਾਂ ਬਣਨ ਦੀ ਇੱਛਾ ਬਾਰੇ ਸੋਚ ਕੇ ਯਕਦਮ ਵਸੂਦਾ ਦੀ ਗੱਲ ਕੱਟਣ ਦਾ ਸੁਧੀਰ ਦਾ ਮਨ ਨਾ ਕੀਤਾ। ਚੱਲ ਆਪਾਂ ਕਿਸੇ ਡਾਕਟਰ ਦੀ ਸਲਾਹ ਲੈ ਲੈਂਦੇ ਹਾਂ, ਸੁਧੀਰ ਨੇ ਵਸੂਦਾ ਨੂੰ ਬਗਲ ਵਿੱਚ ਲੈ ਕੇ ਪਿਆਰ ਨਾਲ ਕਿਹਾ। ਨਹੀਂ, ਅਜੇ ਇੰਨੀ ਜਲਦੀ ਕਿਸੇ ਡਾਕਟਰ ਦੀ ਲੋੜ ਨਹੀਂ। ਵਸੂਦਾ ਹੌਲੇ ਜਿਹੇ ਉੱਠ ਖੜੋਤੀ ਤੇ ਜਾ ਕੇ ਤਿਆਰ ਹੋਣ ਦਾ ਆਹਰ ਕਰਨ ਲੱਗੀ। ਸੁਧੀਰ ਉਸੇ ਤਰ੍ਹਾਂ ਬੈਠਾ ਵਸੂਦਾ ਬਾਰੇ ਸੋਚਣ ਲੱਗਿਆ। ਪਿਛਲੇ ਕੁਝ ਸਮੇਂ ਵਿੱਚ ਉਹਦੇ ਵਿਹਾਰ ਵਿੱਚ ਕੁਝ ਤਬਦੀਲੀਆਂ ਸੁਧੀਰ ਨੇ ਨੋਟ ਕੀਤੀਆਂ ਸਨ। ਉਹ ਬੋਲਦੀ ਤਾਂ ਸ਼ੁਰੂ ਤੋਂ ਹੀ ਘੱਟ ਸੀ, ਪਰ ਪਿਛਲੇ ਕੁਝ ਸਮੇਂ ਤੋਂ ਉਹ ਲੋੜ ਜੋਗਾ ਹੀ ਬੋਲਦੀ ਸੀ। ਚੰਚਲਤਾ ਤਾਂ ਉਸਦੇ ਸੁਭਾਅ ਵਿੱਚ ਸ਼ੁਰੂ ਤੋਂ ਹੀ ਨਹੀਂ ਸੀ। ਕਦੀ-ਕਦੀ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪੈਂਦੀ। ਕੀ ਗੱਲਾਂ ਕਰਦੀ ਸੀ ਸੁਧੀਰ ਨੂੰ ਨਹੀਂ ਸੀ ਪਤਾ। ਇੱਕ ਅੱਧ ਵਾਰ ਸੁਧੀਰ ਨੇ ਪੁੱਛਿਆ ਵੀ ਤਾਂ ਉਸ ਹੱਸ ਕੇ ਟਾਲ ਦਿੱਤਾ। ਵਸੂਦਾ ਦੀ ਕੋਈ ਨੇੜਲੀ ਸਹੇਲੀ ਵੀ ਨਹੀਂ ਸੀ ਕੋਈ। ਸੁਧੀਰ ਨੂੰ ਅਕਸਰ ਲੱਗਦਾ ਕਿ ਇੱਕ ਅਧਿਆਤਮਕਵਾਦੀ ਧੁੰਦ ਵਸੂਦਾ ਦੇ ਆਲੇ ਦੁਆਲੇ ਪਸਰੀ ਰਹਿੰਦੀ ਹੈ। ਉਹ ਕਈ ਵਾਰ ਗੱਲਾਂ ਵਿੱਚ ਸੁਧੀਰ ਨੂੰ ਵੱਖਰੇ ਹੀ ਆਭਾ ਮੰਡਲਾਂ ਵਿੱਚ ਲੈ ਤੁਰਦੀ।
ਸੁਧੀਰ ਨੂੰ ਕਦੇ-ਕਦੇ ਉਸ ਦੀਆਂ ਗੱਲਾਂ ਵਿੱਚੋਂ ਕੋਈ ਸ਼ਦਾ ਵੀ ਝਲਕਦਾ, ਪਰ ਉਹ ਕੁਝ ਨਾ ਕਹਿੰਦਾ। ਬੈਠੇ-ਬੈਠੇ ਸੋਚਾਂ ਦੇ ਵਹਿਣ ਵਿੱਚ ਵਹਿੰਦਾ ਸੁਧੀਰ ਕੁਝ ਸਮਾਂ ਪਿੱਛੇ ਪਹੁੰਚ ਗਿਆ। ਸਮੇਂ ਅਤੇ ਹਾਲਾਤਾਂ ਦੀਆਂ ਮਜਬੂਰੀਆਂ ਦਾ ਝੰਬਿਆ ਸੁਧੀਰ 45 ਨੂੰ ਪਾਰ ਕਰ ਗਿਆ ਸੀ ਤੇ ਅਜੇ ਤੱਕ ਅਕਲ ਹੰਢਾ ਰਿਹਾ ਸੀ। ਉਮਰ ਦੇ 40 ਬਸੰਤ ਵਸੂਦਾ ਦੇ ਜਿਸਮ ਤੋਂ ਹੁੰਦੇ ਹੋਏ ਬੀਤੇ ਦੀ ਗੱਲ ਹੋ ਗਏ ਸਨ, ਪਰ ਕੋਈ ਬਸੰਤ ਉਸਦੇ ਮਨ ਵਿੱਚੋਂ ਹੋ ਕੇ ਅਜੇ ਤੱਕ ਨਹੀਂ ਸੀ ਲੰਘਿਆ। ਕੁਦਰਤ ਨੇ ਦੋਵੇਂ ਇਕੱਲਿਆਂ ਨੂੰ ਇਕੱਠੇ ਕਰ ਦਿੱਤਾ ਸੀ। 2 ਕੁ ਸਾਲ ਪਹਿਲਾਂ ਆਪਸੀ ਸਹਿਮਤੀ ਨਾਲ ਮੰਦਰ ਵਿੱਚ ਜਾ ਕੇ ਦੋਵੇਂ ਇੱਕ ਦੂਜੇ ਦੇ ਜੀਵਨ ਸਾਥੀ ਬਣ ਗਏ ਸਨ। ਜੋ ਕੁਝ ਪਹਿਲਾਂ ਹੋ ਜਾਣਾ ਚਾਹੀਦਾ ਸੀ ਉਹ ਬਹੁਤ ਪਛੜ ਕੇ ਹੋਇਆ ਸੀ, ਪਰ ਜ਼ਿੰਦਗੀ ਥੋੜੀ-ਥੋੜੀ ਮਹਿਕਣ ਲੱਗ ਪਈ ਸੀ। ਦਫ਼ਤਰ ਨਹੀਂ ਜਾਣਾ ਅੱਜ? ਵਸੂਦਾ ਆਪਣੀ ਸਾੜੀ ਦੇ ਚੁੰਨਣ ਫੜ ਕੇ ਪੇਟ ਤੋਂ ਆਪਣੇ ਪੇਟੀਕੋਟ ਦੇ ਅੰਦਰ ਧੱਸ ਰਹੀ ਸੀ। ਸੁਧੀਰ ਇੱਕ ਟੱਕ ਵਸੂਦਾ ਦੇ ਪੇਟ ਵੱਲ ਵੇਖ ਰਿਹਾ ਸੀ। ਉਠੋ ਨਾ, ਦੇਰ ਹੋ ਰਹੀ ਹੈ। ਵਸੂਦਾ ਦੇ ਕਹਿਣ ਤੇ ਸੁਧੀਰ ਅਣਮਨੇ ਮਨ ਨਾਲ ਉੱਠ ਖੜੋਤਾ। ਰਫਤਾ ਦਿਨ ਬੀਤਣ ਲੱਗੇ। ਵਸੂਦਾ ਆਪਣੇ ਖਾਣ ਪੀਣ ਦਾ ਖਾਸ ਖਿਆਲ ਰੱਖਣ ਲੱਗ ਪਈ। ਰੋਜ਼ ਰਾਤ ਬਾਦਾਮ ਭਿਉਂਦੀ, ਸਵੇਰੇ ਛਿਲ ਕੇ ਖਾਂਦੀ। ਫਲ, ਸਬਜ਼ੀਆਂ, ਦੁੱਧ, ਦਹੀਂ ਸਭ ਕੁਝ ਥੋੜੀ-ਥੋੜੀ ਮਿਕਦਾਰ ਵਿੱਚ ਖਾਂਦੀ ਰਹਿੰਦੀ। ਸੁਧੀਰ ਨੇ ਕਈ ਵਾਰ ਵਸੂਦਾ ਨੂੰ ਕਿਸੇ ਡਾਕਟਰ ਦੀ ਸਲਾਹ ਲੈਣ ਲਈ ਆਖਿਆ, ਪਰ ਵਸੂਦਾ ਨਹੀਂ ਮੰਨੀ। ਬਸ ਇਹੀ ਕਹਿੰਦੀ ਰਹੀ ਕਿ ਅਜੇ ਇਸ ਦੀ ਕੋਈ ਜ਼ਰੂਰਤ ਨਹੀਂ। ਸੁਧੀਰ ਵਸੂਦਾ ਦੇ ਪੇਟ ਤੇ ਨਜ਼ਰ ਮਾਰਦਾ ਤਾਂ ਉਸਨੂੰ ਉਸਦਾ ਪੇਟ ਫੁੱਲਿਆ ਲੱਗਦਾ। ਉਸਦਾ ਫੁੱਲਿਆ ਪੇਟ ਵੇਖ ਕੇ ਸੁਧੀਰ ਦੇ ਮਨ ਦਾ ਕੋਈ ਸਖਣਾ ਕੋਨਾ ਮਹਿਕ ਜਾਂਦਾ। ਦੇਖ ਸੁਧੀਰ, ਅਜਿਹੀ ਹਾਲਤ ਵਿੱਚ ਡਾਕਟਰੀ ਚੈੱਕਅਪ ਵੀ ਤਾਂ ਜ਼ਰੂਰ ਹੁੰਦਾ ਹੈ। ਕਈ ਤਰ੍ਹਾਂ ਦੇ ਟੌਨਿਕ, ਦਵਾਈ ਜਾਂ ਟੀਕੇ ਆਦਿ ਜੋ ਤੇਰੇ ਤੇ ਆਉਣ ਵਾਲੇ ਬੱਚੇ ਦੀ ਸਿਹਤ ਲਈ ਬਹੁਤ ਜ਼ਰੂਰੀ ਨੇ, ਉਹਦੇ ਲਈ ਡਾਕਟਰ ਕੋਲ ਤਾਂ ਜਾਣਾ ਹੀ ਪਵੇਗਾ ਨਾ। ਸੁਧੀਰ ਦੇ ਬਹੁਤ ਸਮਝਾਉਣ ਬੁਝਾਉਣ ਤੋਂ ਬਾਅਦ ਵਸੂਦਾ ਡਾਕਟਰ ਕੋਲ ਜਾਣ ਲਈ ਤਿਆਰ ਹੋ ਗਈ ਸੀ। ਸੁਧੀਰ ਉਸਨੂੰ ਸ਼ਹਿਰ ਦੀ ਮੰਨੀ ਪਰਮੰਨੀ ਗੈਨਕੋਲੋਜਿਸਟ ਕੋਲ ਚੈੱਕਅਪ ਲਈ ਲੈ ਆਇਆ। ਪਰਦੇ ਦੇ ਪਿੱਛੇ ਲੱਗੇ ਐਗਜ਼ਾਮੀਨੇਸ਼ਨ ਟੇਬਲ ਤੇ ਲਿਟਾ ਕੇ ਡਾਕਟਰ ਨੇ ਵਸੂਦਾ ਨੂੰ ਬਹੁਤ ਗਹਿਨਤਾ ਨਾਲ ਚੈੱਕ ਕੀਤਾ ਸੀ। ਕਿੰਨਵਾਂ ਮਹੀਨਾ ਲੱਗ ਗਿਆ ਤੁਹਾਨੂੰ? ਡਾਕਟਰ ਨੇ ਪਿਆਰ ਨਾਲ ਵਸੂਦਾ ਨੂੰ ਪੁੱਛਿਆ। 5 ਪੂਰੇ ਹੋ ਕੇ 6ਵਾਂ ਲੱਗ ਗਿਆ। ਮੇਰਾ ਬੱਚਾ ਠੀਕ ਹੈ ਨਾ ਡਾਕਟਰ ਸਾਹਿਬ? ਤੁਹਾਨੂੰ ਸਮੇਂ ਬਾਰੇ ਕੋਈ ਭੁਲੇਖਾ ਲੱਗ ਰਿਹਾ ਹੈ? ਵਸੂਦਾ ਨੇ ਚਿੰਤਾ ਜਿਹੀ ਨਾਲ ਡਾਕਟਰ ਤੋਂ ਪੁੱਛਿਆ। ਨਹੀਂ, ਅਜਿਹੀ ਕੋਈ ਗੱਲ ਨਹੀਂ ਹੈ, ਤੁਸੀਂ ਆਰਾਮ ਨਾਲ ਲੇਟੇ ਰਹੋ। ਡਾਕਟਰ ਕਿੰਨਾ ਚਿਰ ਸਟੈਥੋ ਨਾਲ ਵਸੂਦਾ ਦੇ ਪੇਟ ਨੂੰ ਹਰ ਕੋਨੇ ਤੋਂ ਟੋਹਦੀ ਰਹੀ। ਫਿਰ ਡਾਕਟਰ ਨੇ ਦੋਵਾਂ ਹੱਥਾਂ ਨਾਲ ਉਸਦੇ ਪੇਟ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ। ਤੁਹਾਨੂੰ ਕੋਈ ਤਕਲੀਫ ਤਾਂ ਨਹੀਂ? ਡਾਕਟਰ ਨੇ ਵਸੂਦਾ ਨੂੰ ਬਹੁਤ ਪਿਆਰ ਨਾਲ ਪੁੱਛਿਆ। ਨਹੀਂ, ਕੁਝ ਖਾਸ ਨਹੀਂ। ਸ਼ੁਰੂ ਦੇ ਮਹੀਨਿਆਂ 'ਚ ਉਲਟੀਆਂ ਆਉਂਦੀਆਂ ਸਨ, ਪਰ ਹੁਣ ਠੀਕ ਨੇ। ਬਸ ਕਦੀ-ਕਦੀ ਨੀਚੇ ਵਜ਼ਨ ਜਿਹਾ ਮਹਿਸੂਸ ਹੁੰਦਾ ਹੈ ਤੇ ਕਦੀ-ਕਦੀ ਲੋਅਰ ਬੈਕ ਤੇ ਲੋਅਰ ਐਬਡੋਮਨ ਵਿੱਚ ਹਲਕਾ ਦਰਦ ਹੁੰਦਾ ਹੈ, ਪਰ ਮੈਂ ਇਹਨਾਂ ਗੱਲਾਂ ਦੀ ਜ਼ਿਆਦਾ ਪਰਵਾਹ ਨਹੀਂ ਕਰਦੀ। ਪ੍ਰੈਗਨੈਂਸੀ ਵਿੱਚ ਤਾਂ ਇਹ ਸਭ ਗੱਲਾਂ ਨਾਰਮਲ ਨੇ ਨਾ ਡਾਕਟਰ ਸਾਹਿਬ। ਵਸੂਦਾ ਡਾਕਟਰ ਦੀ ਰਾਏ ਜਾਣਨ ਲਈ ਚੁੱਪ ਕਰ ਗਈ। ਹੁਣ ਤੁਸੀਂ ਹੌਲੀ-ਹੌਲੀ ਉੱਠੋ ਤੇ ਬਾਹਰ ਆ ਜਾਓ। ਡਾਕਟਰ ਵਾਸ਼ ਬੇਸਨ ਤੇ ਹੱਥ ਧੋ ਕੇ ਆਪਣੀ ਕੁਰਸੀ ਤੇ ਆ ਬੈਠੀ। ਉਸਦੇ ਮਗਰ ਹੀ ਵਸੂਦਾ ਵੀ ਆਪਣੀ ਸਾੜੀ ਸਵਾਰਦੀ ਸੁਧੀਰ ਦੀ ਨਾਲ ਵਾਲੀ ਕੁਰਸੀ ਤੇ ਆ ਬੈਠੀ। ਡਾਕਟਰ ਨੇ ਟੇਬਲ ਤੇ ਪਈ ਬੈਲ ਦਾ ਬਟਨ ਦਬਾਇਆ ਤਾਂ ਇੱਕ ਪਤਲੀ ਜਿਹੀ ਨਰਸ ਕਮਰੇ ਵਿੱਚ ਦਾਖਲ ਹੋਈ। ਡਾਕਟਰ ਨੇ ਇੱਕ ਪਰਚੀ ਤੇ ਕੁਝ ਲਿਖ ਕੇ ਉਸਦੇ ਹੱਥ ਫੜਾਇਆ ਤੇ ਵਸੂਦਾ ਨੂੰ ਨਰਸ ਦੇ ਨਾਲ ਜਾਣ ਨੂੰ ਆਖਿਆ। ਵਸੂਦਾ ਦੇ ਕਮਰੇ ਤੋਂ ਬਾਹਰ ਜਾਣ ਤੋਂ ਬਾਅਦ ਡਾਕਟਰ ਸੁਧੀਰ ਨੂੰ ਮੁਖਾਤਬ ਹੋਈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਨਾਮ ਜਾਣਨਾ ਚਾਹੁੰਦੀ ਹਾਂ ਤੇ ਨਾਲ ਹੀ ਵਸੂਦਾ ਨਾਲ ਤੁਹਾਡਾ ਰਿਸ਼ਤਾ। ਜੀ, ਮੇਰਾ ਨਾਮ ਸੁਧੀਰ ਹੈ ਤੇ ਮੈਂ ਵਸੂਦਾ ਦਾ ਪਤੀ ਹਾਂ। ਹਾਂ ਤਾਂ ਮਿਸਟਰ ਸੁਧੀਰ, ਮੇਰੀ ਗੱਲ ਜ਼ਰਾ ਗੌਰ ਨਾਲ ਤੇ ਟਰਮੇ ਨਾਲ ਸੁਣਨਾ। ਜੀ ਡਾਕਟਰ ਸਾਹਿਬਾ, ਤੁਹਾਡੀ ਬੀਵੀ ਵਸੂਦਾ ਅਸਲ ਵਿੱਚ ਪ੍ਰੈਗਨੈਂਟ ਨਹੀਂ ਹੈ। ਡਾਕਟਰ ਨੇ ਬਹੁਤ ਹੀ ਸਿੱਧੇ ਲਫ਼ਜ਼ਾਂ ਵਿੱਚ ਕਿਹਾ। ਸੁਧੀਰ ਸੀ ਤਾਂ ਪਹਿਲਾਂ ਵੀ ਭਰਮ ਵਿੱਚ ਹੀ, ਪਰ ਭਰਮ ਟੁੱਟਣ ਦੀ ਉਸਨੂੰ ਅੰਦਰੋਂ ਪੀੜ ਮਹਿਸੂਸ ਹੋਈ। ਵਸੂਦਾ ਬਾਰੇ ਸੋਚ ਕੇ ਉਹ ਬਹੁਤ ਦੁਖੀ ਹੋਇਆ। ਮੈਂ ਫਿਰ ਵੀ ਕਨਫਰਮ ਕਰਨ ਲਈ ਸਕੈਨਿੰਗ ਕਰ ਲੈਂਦੀ ਹਾਂ। ਜੀ। ਸੁਧੀਰ ਦੇ ਮੂੰਹ ਬੜੀ ਮੁਸ਼ਕਲ ਨਾਲ ਆਵਾਜ਼ ਨਿਕਲੀ। ਡਾਕਟਰ ਉੱਠ ਕੇ ਨਾਲ ਦੇ ਕਮਰੇ ਵਿੱਚ ਗਈ। 15-20 ਮਿੰਟ ਬਾਅਦ ਫਿਰ ਆਪਣੇ ਕਮਰੇ ਵਿੱਚ ਪਰਤ ਆਈ। ਵਸੂਦਾ ਅਜੇ ਸਕੈਨਿੰਗ ਰੂਮ ਵਿੱਚ ਹੀ ਸੀ। ਸੁਧੀਰ ਇੱਕ ਮਹੀਨ ਆਸ ਨਾਲ ਡਾਕਟਰ ਦੇ ਚਿਹਰੇ ਵੱਲ ਤੱਕਣ ਲੱਗਾ, ਪਰ ਉਹ ਡਾਕਟਰ ਦੇ ਸਪਾਟ ਚਿਹਰੇ ਨੂੰ ਪੜ੍ਹ ਨਾ ਸਕਿਆ, ਜਾਂ ਸ਼ਾਇਦ ਪੜ੍ਹਨਾ ਹੀ ਨਹੀਂ ਸੀ ਚਾਹੁੰਦਾ। ਮੇਰਾ ਸ਼ੱਕ ਠੀਕ ਸੀ ਮਿਸਟਰ ਸੁਧੀਰ, ਤੁਹਾਡੀ ਬੀਬੀ ਪ੍ਰੈਗਨੈਂਟ ਨਹੀਂ ਹੈ। ਇਨਫੈਕਟ ਇਹ ਸੂਡੋ ਪ੍ਰੈਗਨੈਂਸੀ ਦਾ ਕੇਸ ਹੈ। ਸੂਡੋ ਪ੍ਰੈਗਨੈਂਸੀ?
ਸੁਧੀਰ ਨੇ ਹੈਰਾਨੀ ਜਿਹੀ ਨਾਲ ਦੁਹਰਾਇਆ। ਉਸਨੇ ਇਹ ਲਫ਼ਜ਼ ਪਹਿਲਾਂ ਕਦੇ ਨਹੀਂ ਸੀ ਸੁਣਿਆ। ਜੀ ਹਾਂ, ਸੂਡੋ ਪ੍ਰੈਗਨੈਂਸੀ ਜਾਂ ਫਾਲਸ ਪ੍ਰੈਗਨੈਂਸੀ। ਇਸ ਤਰ੍ਹਾਂ ਦੇ ਕੇਸਾਂ ਵਿੱਚ ਔਰਤ ਆਪਣੇ ਆਪ ਨੂੰ ਪ੍ਰੈਗਨੈਂਟ ਸਮਝਣ ਲੱਗਦੀ ਹੈ। ਉਹ ਪ੍ਰੈਗਨੈਂਟ ਔਰਤਾਂ ਵਾਲੇ ਸਾਰੇ ਸਿੰਪਟਮਸ ਮਹਿਸੂਸ ਕਰਦੀ ਹੈ। ਇੱਥੋਂ ਤੱਕ ਕਿ ਉਸਨੂੰ ਆਪਣਾ ਪੇਟ ਵਧਣਾ, ਬੱਚੇ ਦੀ ਹਿਲਜੁਲ, ਨਿੱਕੀਆਂ-ਮੋਟੀਆਂ ਤਕਲੀਫਾਂ ਜੋ ਇੱਕ ਆਮ ਗਰਭਵਤੀ ਔਰਤ ਨੂੰ ਹੁੰਦੀਆਂ ਨੇ, ਸਭ ਮਹਿਸੂਸ ਹੋਣ ਲੱਗ ਜਾਂਦੀਆਂ ਨੇ। ਇਹੋ ਜਿਹੇ ਮਰੀਜ਼ ਥੋੜ੍ਹੇ ਸਾਈਕਿਕ ਹੁੰਦੇ ਨੇ ਤੇ ਇਹਨਾਂ ਨੂੰ ਸੱਚ ਦਾ ਸਾਹਮਣਾ ਕਰਨ ਤੋਂ ਡਰ ਲੱਗਦਾ ਹੈ ਤੇ ਜਾਂ ਫਿਰ ਉਹ ਸੱਚ ਦਾ ਸਾਹਮਣਾ ਕਰਨਾ ਹੀ ਨਹੀਂ ਚਾਹੁੰਦੇ। ਇਹ ਕਿਸੇ ਦੀ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ। ਸੁਧੀਰ ਡੌਰ ਪੌਰ ਜਿਹਾ ਬੈਠਾ ਡਾਕਟਰ ਦੀਆਂ ਗੱਲਾਂ ਸੁਣ ਰਿਹਾ ਸੀ। ਅਜਿਹੇ ਕੇਸਾਂ ਵਿੱਚ ਕਈ ਔਰਤਾਂ ਨੂੰ ਤਾਂ ਜਨਨ ਪੀੜਾਂ ਵੀ ਮਹਿਸੂਸ ਹੁੰਦੀਆਂ ਨੇ। ਅਜਿਹੇ ਮਰੀਜ਼ ਨੂੰ ਦਵਾਈਆਂ ਨਾਲੋਂ ਜ਼ਿਆਦਾ ਕਾਉਂਸਲਿੰਗ, ਪਿਆਰ ਤੇ ਸਹਿਯੋਗ ਦੀ ਲੋੜ ਹੁੰਦੀ ਹੈ। ਉਹਨਾਂ ਨੂੰ ਇੱਕਦਮ ਇਸ ਅਵਸਥਾ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਅਜਿਹਾ ਕਰਨ ਨਾਲ ਕਈ ਵਾਰ ਅਜਿਹੇ ਮਰੀਜ਼ ਵਾਇਲੈਂਟ ਹੋ ਜਾਂਦੇ ਨੇ। ਤੁਹਾਨੂੰ ਬਹੁਤ ਧੀਰਜ ਤੋਂ ਕੰਮ ਲੈਣਾ ਪਵੇਗਾ। ਡਾਕਟਰ ਨੇ ਆਪਣੇ ਵੱਲੋਂ ਸਾਰਾ ਕੇਸ ਖੋਲ੍ਹ ਕੇ ਸੁਧੀਰ ਸਾਹਮਣੇ ਰੱਖ ਦਿੱਤਾ ਸੀ। ਕੋਟ ਰੋਡ ਤੇ ਡਾਕਟਰ ਸਵਾਤੀ ਸ਼ਰਮਾ ਦੀ ਕਲੀਨਿਕ ਹੈ। ਉਹ ਬਹੁਤ ਅੱਛੇ ਮਨੋਚਿਕਿਤਸਕ ਨੇ। ਤੁਸੀਂ ਇੱਕ ਵਾਰ ਆਪਣੀ ਬੀਵੀ ਨੂੰ ਉਹਨਾਂ ਨੂੰ ਵਿਖਾ ਲਓ, ਕਹਿ ਕੇ ਡਾਕਟਰ ਸੁਧੀਰ ਵੱਲ ਵੇਖਣ ਲੱਗੀ। ਹੈਰਾਨ ਪਰੇਸ਼ਾਨ ਸੁਧੀਰ ਨੂੰ ਯਕਦਮ ਡਾਕਟਰ ਦੀਆਂ ਗੱਲਾਂ ਤੇ ਯਕੀਨ ਕਰਨਾ ਔਖਾ ਹੋ ਗਿਆ। ਪਰ ਕਰਨਾ ਤਾਂ ਪੈਣਾ ਹੀ ਸੀ। ਡਾਕਟਰ ਭਲਾ ਝੂਠ ਕਿਉਂ ਬੋਲੇਗੀ? ਡਾਕਟਰ ਦਾ ਸ਼ੁਕਰੀਆ ਅਦਾ ਕਰਕੇ ਕਾਊਂਟਰ ਤੇ ਬਣਦੀ ਫੀਸ ਜਮ੍ਹਾਂ ਕਰਾ ਕੇ ਸੁਧੀਰ ਵਸੂਧਾ ਨੂੰ ਲੈ ਕੇ ਘਰ ਆ ਗਿਆ। ਸਾਰੀ ਰਾਹ ਵਸੂਧਾ ਬੱਚੇ ਦੀਆਂ ਗੱਲਾਂ ਕਰਦੀ ਰਹੀ ਤੇ ਸੁਧੀਰ ਸਿਰਫ ਹਾਂ ਹੂੰ ਵਿੱਚ ਜਵਾਬ ਦਿੰਦਾ ਰਿਹਾ। ਦੂਸਰੇ ਦਿਨ ਸੁਧੀਰ ਇਕੱਲਾ ਹੀ ਡਾਕਟਰ ਸਵਾਤੀ ਦੀ ਕਲੀਨਿਕ ਤੇ ਗਿਆ ਤੇ ਡਾਕਟਰ ਨੂੰ ਵਸੂਧਾ ਦੀ ਸਾਰੀ ਕੇਸ ਹਿਸਟਰੀ ਦੱਸੀ। ਡਾਕਟਰ ਸਵਾਤੀ ਨੇ ਬਹੁਤ ਧਿਆਨ ਨਾਲ ਸੁਧੀਰ ਦੀ ਸਾਰੀ ਗੱਲ ਸੁਣੀ। ਉਸਨੇ ਸੁਧੀਰ ਨੂੰ ਯਕੀਨ ਦਿਵਾਇਆ ਕਿ ਵਸੂਧਾ ਨੂੰ ਕੁਝ ਦਵਾਈਆਂ ਦਿੱਤੀਆਂ ਜਾਣਗੀਆਂ, ਉਸਦੀ ਰੈਗੂਲਰ ਕਾਉਂਸਲਿੰਗ ਹੋਏਗੀ ਤੇ ਹੌਲੀ-ਹੌਲੀ ਵਸੂਧਾ ਨਾਰਮਲ ਹੋ ਜਾਏਗੀ। ਪਰ ਇਸ ਸਭ ਵਿੱਚ ਕਿੰਨਾ ਸਮਾਂ ਲੱਗੇਗਾ, ਇਹ ਨਿਸ਼ਚਿਤ ਤੌਰ ਤੇ ਨਹੀਂ ਕਿਹਾ ਜਾ ਸਕਦਾ। ਹਫ਼ਤੇ ਕੁ ਮਗਰੋਂ ਸੁਧੀਰ ਵਸੂਧਾ ਨੂੰ ਇਹ ਕਹਿ ਕੇ ਡਾਕਟਰ ਸਵਾਤੀ ਕੋਲ ਲੈ ਆਇਆ ਕਿ ਪਹਿਲਾਂ ਵਾਲੀ ਡਾਕਟਰ ਸ਼ਹਿਰੋਂ ਬਾਹਰ ਗਈ ਹੋਈ ਹੈ ਤੇ ਵਸੂਧਾ ਤੇ ਬੱਚੇ ਦੀ ਬਿਹਤਰੀ ਵਾਸਤੇ ਦੂਸਰੇ ਡਾਕਟਰ ਕੋਲ ਚੈੱਕਅਪ ਕਰਵਾਉਣਾ ਜ਼ਰੂਰੀ ਹੈ। ਪਹਿਲਾਂ ਤਾਂ ਵਸੂਧਾ ਨਹੀਂ ਮੰਨੀ, ਪਰ ਸੁਧੀਰ ਦੇ ਇਹ ਕਹਿਣ ਤੇ ਕਿ ਬੱਚੇ ਦਾ ਬਾਪ ਹੋਣ ਦੇ ਨਾਤੇ ਉਸਦਾ ਵੀ ਕੁਝ ਹੱਕ ਹੈ ਤਾਂ ਵਸੂਧਾ ਤਿਆਰ ਹੋ ਗਈ। ਡਾਕਟਰ ਸਵਾਤੀ ਨੇ ਵਸੂਧਾ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਕੋਈ ਅੱਧਾ ਕੁ ਘੰਟਾ ਉਸਦਾ ਬਹੁਤ ਬਰੀਕੀ ਨਾਲ ਨਿਰੀਖਣ ਕੀਤਾ। ਬਹੁਤ ਸਾਰੀਆਂ ਗੱਲਾਂ ਉਸਨੂੰ ਪੁੱਛੀਆਂ। ਵਸੂਧਾ ਨੇ ਆਪਣੇ ਜਵਾਬਾਂ ਨੂੰ ਬਸ ਆਪਣੇ ਬੱਚੇ ਤੇ ਫੋਕਸ ਕਰੀ ਰੱਖਿਆ। ਡਾਕਟਰ ਉਸਨੂੰ ਇਧਰਲੇ ਉਧਰਲੇ ਹਲਕੇ ਫੁਲਕੇ ਕਈ ਤਰ੍ਹਾਂ ਦੇ ਸਵਾਲ ਪੁੱਛਦੀ ਰਹੀ। ਡਾਕਟਰ ਦੇ ਸਵਾਲਾਂ ਤੋਂ ਵਸੂਧਾ ਅੱਕ ਗਈ। ਉਹ ਉੱਠ ਕੇ ਦੌੜ ਜਾਣਾ ਚਾਹੁੰਦੀ ਸੀ। ਡਾਕਟਰ ਨੇ ਉਸਦੀ ਮਨਸ਼ਾ ਭਾਂਪ ਲਈ ਤੇ ਉਸਨੂੰ ਕਮਰੇ ਤੋਂ ਬਾਹਰ ਜਾਣ ਵਾਸਤੇ ਕਹਿ ਦਿੱਤਾ। ਵਸੂਧਾ ਨੂੰ ਮਸੀਂ ਸੁੱਖ ਦਾ ਸਾਹ ਆਇਆ। ਉਹ ਬਿਨਾਂ ਸੁਧੀਰ ਵੱਲ ਤੱਕਿਆਂ ਤੇਜ਼ੀ ਨਾਲ ਕਲੀਨਿਕ ਤੋਂ ਬਾਹਰ ਆ ਕੇ ਖੜ ਗਈ। ਡਾਕਟਰ ਨੇ ਸੁਧੀਰ ਨਾਲ 5-7 ਮਿੰਟ ਗੱਲਾਂ ਕੀਤੀਆਂ ਤੇ ਕਈ ਗੱਲਾਂ ਸਮਝਾਈਆਂ ਤੇ ਕਈ ਹਦਾਇਤਾਂ ਵੀ ਦਿੱਤੀਆਂ। ਘਰ ਆ ਕੇ ਵਸੂਧਾ ਨੇ ਸੁਧੀਰ ਨੂੰ 2 ਟੁਕ ਜਵਾਬ ਦੇ ਦਿੱਤਾ ਕਿ ਉਹ ਮੁੜ ਕਦੀ ਉਸ ਡਾਕਟਰ ਤੋਂ ਆਪਣਾ ਚੈੱਕਅਪ ਨਹੀਂ ਕਰਵਾਏਗੀ। ਸੁਧੀਰ ਨੇ ਪਿਆਰ ਨਾਲ ਵਸੂਧਾ ਨੂੰ ਸ਼ਾਂਤ ਕੀਤਾ। ਸੁਧੀਰ ਵਸੂਧਾ ਦਾ ਬਹੁਤ ਖਿਆਲ ਰੱਖਦਾ। ਘਰ, ਦਫ਼ਤਰ ਤੇ ਵਸੂਧਾ ਦੇ ਚੱਕਰ ਵਿੱਚ ਫਸੇ ਸੁਧੀਰ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ। ਪਰ ਫਿਰ ਵੀ ਉਹ ਵਸੂਧਾ ਨੂੰ ਖੁਸ਼ ਰੱਖਣ ਦਾ ਹਰ ਸੰਭਵ ਯਤਨ ਕਰਦਾ। ਵਸੂਧਾ ਆਪਣੀ ਉਸ ਅਵਸਥਾ ਵਿੱਚੋਂ ਬਾਹਰ ਆਉਣ ਦੀ ਬਜਾਏ ਹੋਰ ਜ਼ਿਆਦਾ ਉਸ ਨਾਲ ਜੁੜਦੀ ਜਾ ਰਹੀ ਸੀ। ਉਹ ਬੇਬੀ ਕੇਅਰ ਦੇ ਮੈਗਜ਼ੀਨ ਪੜ੍ਹਦੀ ਰਹਿੰਦੀ, ਬਾਜ਼ਾਰੋਂ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਖਰੀਦ ਲਿਆਉਂਦੀ। ਸੁਧੀਰ ਕੋਲੋਂ ਵਸੂਧਾ ਦੀ ਇਹ ਹਾਲਤ ਵੇਖੀ ਨਾ ਜਾਂਦੀ, ਪਰ ਉਹ ਬਹੁਤ ਹੌਸਲੇ ਤੋਂ ਕੰਮ ਲੈ ਰਿਹਾ ਸੀ ਤੇ ਹਰ ਸੰਭਵ ਯਤਨ ਕਰਦਾ ਕਿ ਵਸੂਧਾ ਠੀਕ ਹੋ ਜਾਵੇ। ਵਸੂਧਾ ਨੂੰ ਸੰਭਾਲਣ ਲਈ ਤੇ ਘਰ ਦੇ ਕੰਮ ਲਈ ਸੁਧੀਰ ਨੇ ਤਾਰਾ ਨਾਮ ਦੀ ਇੱਕ ਔਰਤ ਨੂੰ ਰੱਖ ਲਿਆ ਸੀ। ਤਾਰਾ ਇੱਕ ਸਿਆਣੀ, ਸੁਲਝੀ ਹੋਈ ਤੇ ਤਜਰਬੇਕਾਰ ਔਰਤ ਸੀ। ਸੁਣੋ, ਸਾਡੇ ਘਰ ਬੇਟਾ ਹੋਵੇਗਾ ਕਿ ਬੇਟੀ? ਇੱਕ ਦਿਨ ਬੈੱਡ ਤੇ ਸੁਧੀਰ ਨਾਲ ਲੇਟੀ ਵਸੂਧਾ ਨੇ ਅਚਾਨਕ ਪੁੱਛਿਆ। ਤੈਨੂੰ ਕੀ ਚਾਹੀਦਾ ਹੈ? ਬੇਟਾ। ਫਿਰ ਜੋ ਮੇਰੀ ਸੁਧੀ ਨੂੰ ਚਾਹੀਦਾ ਹੈ ਉਹੀ ਮੈਨੂੰ ਵੀ। ਸੁਧੀਰ ਨੇ ਪਿਆਰ ਨਾਲ ਵਸੂਧਾ ਵੱਲ ਤੱਕਦਿਆਂ ਕਿਹਾ। ਸੁਧੀਰ, ਸਾਡੇ ਬੇਟੇ ਦਾ ਨਾਮ ਕੀ ਹੋਵੇਗਾ? ਵਸੂਧਾ ਬੱਚਿਆਂ ਦੇ ਨਾਮਾਂ ਵਾਲੀ ਕਿਤਾਬ ਫਰੋਲ ਰਹੀ ਸੀ। ਕਿਤਾਬ ਤੂੰ ਫਰੋਲ ਰਹੀ ਹੈ ਤੇ ਪੁੱਛ ਮੈਥੋਂ ਰਹੀ ਹੈ? ਸੁਧੀਰ ਨੇ ਵਸੂਧਾ ਦੇ ਵਾਲਾਂ 'ਚ ਉਂਗਲਾਂ ਫੇਰਦਿਆਂ ਕਿਹਾ। ਪਤਨੀ ਦੇ ਨਾਮ ਦਾ ਪਹਿਲਾ ਅੱਖਰ, ਪਤੀ ਦੇ ਨਾਮ ਦਾ ਪਹਿਲਾ ਅੱਖਰ ਜੋੜ ਕੇ ਹੀ ਤਾਂ ਲੋਕ ਆਪਣੇ ਬੱਚੇ ਦਾ ਨਾਮ ਰੱਖ ਲੈਂਦੇ ਨੇ। ਉਸ ਹਿਸਾਬ ਨਾਲ ਮੈਂ ਸੋਚ ਰਹੀ ਸੀ ਕਿ ਸਾਡੇ ਬੇਟੇ ਦਾ ਨਾਮ ਵਸੂ ਰੱਖਾਂਗੇ। ਸੁੰਦਰ ਨਾਮ ਹੈ ਨਾ? ਵਸੂਧਾ ਪਤਾ ਨਹੀਂ ਕਿਸ ਵਹਿਣ ਵਿੱਚ ਵਹਿ ਰਹੀ ਸੀ। ਸੁਧੀਰ ਉਸਦੀ ਹਾਂ 'ਚ ਹਾਂ ਮਿਲਾਉਂਦਾ ਹੋਇਆ ਬੋਲਿਆ, ਕਿਆ ਬਾਤ ਹੈ ਵਸੂ, ਤੇਰਾ ਬੇਟਾ
ਮੇਰਾ ਬੇਟਾ। ਬੇਟੇ ਦਾ ਨਾਮ ਪੁਕਾਰਦੇ ਦੋਵੇਂ ਪਤੀ ਪਤਨੀ ਕਿਸੇ ਅਲੱਗ ਹੀ ਦੁਨੀਆ ਵਿੱਚ ਗੁਆਚ ਗਏ। ਸੁਧੀਰ ਨੂੰ ਵਸੂਧਾ ਨਾਲ ਆਪਣੇ ਬੱਚੇ ਦੀਆਂ ਗੱਲਾਂ ਕਰਨਾ ਚੰਗਾ ਚੰਗਾ ਲੱਗ ਰਿਹਾ ਸੀ। ਕੁਝ ਚਿਰ ਬਾਅਦ ਸੁਧੀਰ ਨੇ ਇੱਕ ਵਾਰ ਫਿਰ ਕੋਸ਼ਿਸ਼ ਕਰਕੇ ਸਮਝਾ ਬੁਝਾ ਕੇ ਵਸੂਧਾ ਨੂੰ ਡਾਕਟਰ ਕੋਲੋਂ ਚੈੱਕਅਪ ਕਰਵਾਉਣ ਲਈ ਮਨਾ ਲਿਆ। ਡਾਕਟਰ ਸਵਾਤੀ ਨੇ ਫਿਰ ਤੋਂ ਵਸੂਧਾ ਦੀ ਕਾਉਂਸਲਿੰਗ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਕੁਝ ਦਵਾਈਆਂ ਵੀ ਸ਼ੁਰੂ ਕਰ ਦਿੱਤੀਆਂ। 2 ਕੁ ਦਿਨ ਦਵਾਈ ਖਾਧੀ ਤਾਂ ਵਸੂਧਾ ਨੂੰ ਬਹੁਤ ਨੀਂਦ ਆਈ। ਸਾਰਾ ਦਿਨ ਬੀਤ ਜਾਣਾ ਸੁੱਤਿਆਂ ਉਸਨੂੰ ਪਤਾ ਹੀ ਨਾ ਲੱਗਣਾ ਕਿ ਦਿਨ ਕਿੱਥੇ ਚੜ੍ਹਦਾ ਹੈ ਤੇ ਕਿੱਥੇ ਛੁਪਦਾ ਹੈ। ਫਿਰ ਇੱਕ ਦਿਨ ਉਸਨੇ ਦਵਾਈ ਖਾਣ ਤੋਂ ਨਾ ਕਰ ਦਿੱਤੀ। ਉਹ ਦਵਾਈ ਜੋ ਤਾਕਤ ਦੀ ਕਹਿ ਕੇ ਸੁਧੀਰ ਉਸਨੂੰ ਖਵਾਉਂਦਾ ਸੀ, ਉਸਨੂੰ ਜ਼ਹਿਰ ਵਿਖਾਈ ਦੇਣ ਲੱਗ ਪਈ। ਉਸਨੇ ਚੈੱਕਅਪ ਕਰਵਾਉਣ ਜਾਣ ਤੋਂ ਵੀ ਮਨਾ ਕਰ ਦਿੱਤਾ। ਬਸ ਉਹ ਆਪਣੇ ਆਪ ਵਿੱਚ ਹੀ ਮਸਤ ਰਹਿਣ ਲੱਗ ਪਈ। ਸੁਧੀਰ ਲਈ ਸਮਾਂ ਬਹੁਤ ਕਸ਼ਟਦਾਈ ਹੋ ਗਿਆ ਸੀ। ਉਹ ਸਭ ਪਾਸੇ ਤੋਂ ਕੱਟਿਆ ਤੇ ਇਕੱਲਾ ਮਹਿਸੂਸ ਕਰਦਾ। ਇੱਕ ਗਹਿਰੀ ਚੁੱਪ ਉਸਦੇ ਅੰਦਰ ਪਸਰਦੀ ਜਾ ਰਹੀ ਸੀ। ਕਦੀ ਉਸਦਾ ਉੱਚੀ ਰੋਣ ਨੂੰ ਜਾਂ ਚੀਕਾਂ ਮਾਰਨ ਨੂੰ ਜੀ ਕਰਦਾ, ਪਰ ਉਹ ਚਾਹ ਕੇ ਵੀ ਅਜਿਹਾ ਨਾ ਕਰ ਪਾਉਂਦਾ। ਦਫ਼ਤਰੀ ਕੰਮ ਵਿੱਚ ਵੀ ਹੁਣ ਉਸਦਾ ਮਨ ਨਾ ਟਿਕਦਾ। ਉਸਨੇ ਦਫ਼ਤਰ ਤੋਂ ਲੰਬੀ ਛੁੱਟੀ ਲੈ ਲਈ। ਦਿਨ ਹਫ਼ਤੇ ਮਹੀਨਿਆਂ ਵਿੱਚ ਤਬਦੀਲ ਹੋ ਰਹੇ ਸਨ, ਪਰ ਵਸੂਧਾ ਦੀ ਹਾਲਤ ਜਿਉਂ ਦੀ ਤਿਉਂ ਹੀ ਬਣੀ ਹੋਈ ਸੀ। ਇੱਕ ਸ਼ਾਮ ਵਸੂਧਾ ਦੇ ਢਿੱਡ ਵਿੱਚ ਬਹੁਤ ਜ਼ੋਰ ਦੀ ਪੀੜ ਉੱਠੀ। ਉਹ ਦਰਦ ਨਾਲ ਬਿਲ ਬੁਲਾਉਣ ਲੱਗੀ। ਹਾਏ, ਮੈਨੂੰ ਲੱਗਦਾ ਹੈ ਮੇਰੀ ਡਿਲੀਵਰੀ ਦਾ ਸਮਾਂ ਨੇੜੇ ਆ ਗਿਆ। ਤੁਸੀਂ ਕਿਸੇ ਡਾਕਟਰ ਜਾਂ ਨਰਸ ਨੂੰ ਬੁਲਾ ਲਓ। ਹਾਏ, ਸੁਧੀਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੂੰ ਸਮਝ ਨਾ ਆਵੇ ਕਿ ਉਹ ਕੀ ਕਰੇ। ਵਸੂਧਾ ਨੂੰ ਦਿਲਾਸਾ ਦੇ ਕੇ ਬੈੱਡ ਤੇ ਲਿਟਾ ਕੇ ਉਹ ਤਾਰਾ ਨੂੰ ਬੁਲਾਉਣ ਚਲਾ ਗਿਆ। ਤਾਰਾ ਆਪਣੇ ਘਰਾਂ ਕੋਲ ਰਹਿੰਦੀ ਇੱਕ ਨਰਸ ਨੂੰ ਬੁਲਾ ਲਿਆਈ। ਸੁਧੀਰ ਤੇ ਤਾਰਾ ਨੇ ਨਰਸ ਨੂੰ ਵਸੂਧਾ ਦੀ ਸਾਰੀ ਹਾਲਤ ਤੋਂ ਜਾਣੂ ਕਰਵਾਇਆ। ਨਰਸ ਨੂੰ ਆਪਣਾ ਮਿਹਨਤਾਨਾ ਜਾਂਦਾ ਦਿਸਿਆ ਤਾਂ ਉਹ ਉਹਨਾਂ ਦੇ ਘਰ ਜਾਣ ਤੋਂ ਆਨਾਕਾਨੀ ਕਰਨ ਲੱਗੀ, ਪਰ ਸੁਧੀਰ ਦੇ ਮਿਹਨਤ ਕਰਨ ਤੇ ਉਹ ਉਹਨਾਂ ਦੇ ਨਾਲ ਆ ਗਈ। ਇੱਕ ਪਰਚੀ ਤੇ 2 ਟੀਕੇ ਲਿਖ ਕੇ ਉਸਨੇ ਪਰਚੀ ਸੁਧੀਰ ਨੂੰ ਫੜਾ ਦਿੱਤੀ ਤੇ ਸੁਧੀਰ ਨੇ ਕੁਝ ਪੈਸੇ ਦੇ ਕੇ ਉਹ ਪਰਚੀ ਤਾਰਾ ਨੂੰ ਫੜਾਈ। ਵਸੂਧਾ ਅਜੇ ਵੀ ਬੈੱਡ ਤੇ ਲੇਟੀ ਦਰਦ ਨਾਲ ਕਰਾ ਰਹੀ ਸੀ। ਨਰਸ ਨੇ ਉਸਦੇ ਪੇਟ ਨੂੰ ਟੋਕ ਕੇ ਵੇਖਿਆ ਤਾਂ ਉਸਨੂੰ ਆਰਾਮ ਨਾਲ ਲੰਮੇ ਪੈਣ ਲਈ ਕਿਹਾ, ਪਰ ਵਸੂਧਾ ਸੀ ਕਿ ਉਹ ਦਰਦ ਨੂੰ ਸਹਿੰਦਿਆਂ ਬੱਚਾ ਪੈਦਾ ਕਰਨ ਵਾਂਗ ਪੂਰੇ ਢਿੱਡ ਦਾ ਜ਼ੋਰ ਲਗਾ ਰਹੀ ਸੀ। ਥੋੜੇ ਸਮੇਂ ਮਗਰੋਂ ਤਾਰਾ ਪਰਤ ਆਈ। ਉਹਦੇ ਹੱਥ ਵਿੱਚ ਇੱਕ ਦਵਾਈ ਵਾਲਾ ਲਿਫਾਫਾ ਸੀ ਤੇ ਦੂਜੇ ਹੱਥ ਵਿੱਚ ਇੱਕ ਵੱਡਾ ਸਾਰਾ ਲਿਫਾਫਾ ਸੀ ਜੋ ਉਸਨੇ ਦੂਜੇ ਕਮਰੇ ਵਿੱਚ ਰੱਖ ਦਿੱਤਾ ਸੀ। ਨਰਸ ਨੇ ਇੱਕ ਟੀਕਾ ਭਰ ਕੇ ਵਸੂਧਾ ਦੇ ਲਗਾਇਆ, ਜਿਸ ਨਾਲ ਕੁਝ ਮਿੰਟਾਂ ਵਿੱਚ ਵਸੂਧਾ ਟਿਕ ਗਈ ਤੇ ਫਿਰ ਗਹਿਰੀ ਨੀਂਦ ਵਿੱਚ ਚਲੀ ਗਈ। ਰਾਤ ਅੱਧੀ ਤੋਂ ਵੱਧ ਬੀਤ ਗਈ ਸੀ। ਤਾਰਾ ਉੱਥੇ ਹੀ ਰੁਕੀ ਰਹੀ। ਤੜਕੇ ਵਸੂਧਾ ਨੂੰ ਹੋਸ਼ ਆਈ ਤਾਂ ਉਸਨੇ ਆਸੇ-ਪਾਸੇ ਸਿਰ ਘੁਮਾ ਕੇ ਵੇਖਿਆ, ਫਿਰ ਹੌਲੇ ਜੇ ਸੁਧੀਰ ਨੂੰ ਆਵਾਜ਼ ਲਗਾਈ। ਸੁਧੀਰ ਵਸੂਧਾ ਵੱਲ ਹੋਇਆ ਤੇ ਉਸਨੂੰ ਲੇਟੇ ਰਹਿਣ ਦਾ ਇਸ਼ਾਰਾ ਕੀਤਾ। ਮੇਰਾ ਬੱਚਾ ਕਿੱਥੇ ਹੈ? ਉਹ ਠੀਕ ਤਾਂ ਹੈ ਨਾ? ਵਸੂਧਾ ਬੇਚੈਨੀ ਨਾਲ ਆਲਾ ਦੁਆਲਾ ਦੇਖ ਰਹੀ ਸੀ। ਤਾਰਾ ਫਟਾਫਟ ਦੂਸਰੇ ਕਮਰੇ ਵਿੱਚ ਗਈ ਤੇ ਕੱਪੜਿਆਂ ਵਿੱਚ ਲਿਪਟਿਆ ਇੱਕ ਪਲਾਸਟਿਕ ਦਾ ਗੁੱਡਾ, ਜੋ ਕਿ ਉਹ ਕੱਲ ਦਵਾਈ ਲੈਣ ਗਈ ਖਰੀਦ ਲਿਆਈ ਸੀ, ਲਿਆ ਕੇ ਵਸੂਧਾ ਦੀ ਝੋਲੀ ਵਿੱਚ ਰੱਖ ਦਿੱਤਾ। ਸੁਧੀਰ ਨੇ ਘਬਰਾ ਕੇ ਤਾਰਾ ਵੱਲ ਵੇਖਿਆ ਤਾਂ ਤਾਰਾ ਨੇ ਉਸਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ। ਵਸੂਧਾ ਉਸ ਪਲਾਸਟਿਕ ਦੇ ਗੁੱਡੇ ਨੂੰ ਬੇਤਹਾਸ਼ਾ ਚੁੰਮ ਰਹੀ ਸੀ। ਸੁਧੀਰ ਨੇ ਹਾਲਾਤ ਨਾਲ ਜਿਵੇਂ ਸਮਝੌਤਾ ਕਰ ਲਿਆ ਸੀ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਸਿਵਾਏ ਵਸੂਧਾ ਦਾ ਸਾਥ ਦੇਣ ਦੇ ਉਸ ਕੋਲ ਹੁਣ ਕੋਈ ਹੋਰ ਚਾਰਾ ਨਹੀਂ ਸੀ ਰਿਹਾ, ਕਿਉਂਕਿ ਵਸੂਧਾ ਤਾਂ ਹੁਣ ਉਸਦਾ ਸਾਥ ਦੇਣ ਦੀ ਸਥਿਤੀ ਵਿੱਚ ਹੀ ਨਹੀਂ ਸੀ। ਉਹ ਤਾਂ ਆਪਣੇ ਬੱਚੇ ਨਾਲ ਅਲੱਗ ਹੀ ਦੁਨੀਆ ਵਿੱਚ ਮਸਤ ਸੀ। ਇੱਕ ਦਿਨ ਸੁਧੀਰ ਦਫ਼ਤਰੋਂ ਘਰ ਆਇਆ ਤਾਂ ਵਸੂਧਾ ਬੈੱਡ ਤੇ ਬੈਠੀ ਸੀ ਤੇ ਉਸਦੀ ਗੋਦ ਵਿੱਚ ਕੱਪੜਿਆਂ ਵਿੱਚ ਲਿਪਟਿਆ ਪਲਾਸਟਿਕ ਦਾ ਗੁੱਡਾ ਸੀ। ਸੁਧੀਰ ਨੇ ਅੱਗੇ ਵੱਧ ਕੇ ਉਸ ਗੁੱਡੇ ਨੂੰ ਛੂਹਣਾ ਚਾਹਿਆ ਤਾਂ ਵਸੂਧਾ ਨੇ ਹੱਥ ਨਾਲ ਰੋਕ ਦਿੱਤਾ। ਬਸ ਹੁਣੇ ਸੁੱਤਾ ਹੈ, ਸ਼ੋਰ ਨਾ ਕਰਿਓ। ਬੁੱਲਾਂ ਤੇ ਉਂਗਲੀ ਰੱਖਦਿਆਂ ਵਸੂਧਾ ਨੇ ਕਿਹਾ। ਸੁਧੀਰ ਚੁੱਪਚਾਪ ਦੂਸਰੇ ਕਮਰੇ ਵਿੱਚ ਚਲਾ ਗਿਆ। ਵਸੂਦੇ ਸਾਰੇ ਕੰਮ ਠੀਕ ਉਵੇਂ ਹੀ ਕਰਦੀ ਜਿਵੇਂ ਕੋਈ ਸੱਚੀ ਮੁੱਚੀ ਦੀ ਮਾਂ ਆਪਣੇ ਬੱਚੇ ਲਈ ਕਰਦੀ ਹੋਵੇ। ਸੁਧੀਰ ਨੂੰ ਹੈਰਾਨੀ ਹੁੰਦੀ ਇਹ ਸਭ ਵੇਖ ਕੇ ਕਿ ਕਿਵੇਂ ਵਸੂਧਾ ਨੇ ਵਸੂ ਦੀ ਮਾਂ ਨੂੰ ਆਪਣੇ ਅੰਦਰ ਆਤਮਸਾਤ ਕਰ ਲਿਆ ਸੀ। ਸੁਧੀਰ, ਆ ਜ਼ਰਾ ਵਸੂ ਦੀ ਫੀਡਰ ਬੋਇਲ ਕਰ ਦਿਓ ਪਲੀਜ਼, ਤੇ ਵੇਖਣਾ ਘੱਟੋ ਘੱਟ 20 ਮਿੰਟ ਜ਼ਰੂਰ ਉਬਾਲਣਾ, ਨਹੀਂ ਤਾਂ ਕੀਟਾਣੂ ਨਹੀਂ ਮਰਨਗੇ ਤੇ ਵਸੂ ਦਾ ਪੇਟ ਖਰਾਬ ਹੋ ਜਾਏਗਾ। ਸੁਧੀਰ ਵਸੂਧਾ ਦੀ ਕਿਸੇ ਗੱਲ ਨੂੰ ਇਨਕਾਰ ਨਾ ਕਰਦਾ ਤੇ ਉਸਨੂੰ ਖੁਸ਼ ਰੱਖਣ ਦਾ ਯਤਨ ਕਰਦਾ। ਉਸਨੂੰ ਵੇਖ ਕੇ ਸੁਧੀਰ ਵੀ ਖੁਸ਼ ਹੋ ਲੈਂਦਾ। ਵਸੂਧਾ ਦੇ ਨਾਲ ਸੁਧੀਰ ਹੁਣ ਉਵੇਂ ਹੀ ਸਾਰੇ ਕੰਮ ਕਰਦਾ ਜਿਵੇਂ ਉਹ ਸੱਚੀ ਮੁੱਚੀ ਦੇ ਬੱਚੇ ਦੇ ਕੰਮ ਕਰ ਰਿਹਾ ਹੋਵੇ।
ਸੁਧੀਰ ਕਦੀ-ਕਦੀ ਵਸੂਧਾ ਨੂੰ ਡਾਕਟਰ ਕੋਲ ਲਿਜਾਣ ਲਈ ਮਨਾਉਂਦਾ ਰਹਿੰਦਾ, ਪਰ ਉਹ ਨਾ ਮੰਨਦੀ। ਉਹ ਸੁਧੀਰ ਨਾਲ ਬਾਜ਼ਾਰ ਜਾਂਦੀ, ਬੱਚਿਆਂ ਦੇ ਕਿੰਨੇ ਨਿੱਕੇ-ਨਿੱਕੇ ਕੱਪੜੇ ਖਰੀਦ ਲਿਆਉਂਦੀ, ਗੁੱਡੇ ਨੂੰ ਉਵੇਂ ਹੀ ਚੁੱਕ ਕੇ ਸਕੂਟਰ ਪਿੱਛੇ ਬੈਠਦੀ ਜਿਵੇਂ ਸੱਚੀ-ਮੁੱਚੀ ਉਸਦਾ ਬੇਟਾ ਹੋਵੇ। ਉਹ ਵਸੂ ਲਈ ਖਿਡੌਣੇ, ਮਾਲਿਸ਼ ਲਈ ਤੇਲ, ਸਾਬਣ, ਸ਼ੈਂਪੂ, ਡਾਇਪਰ ਤੇ ਪਤਾ ਨਹੀਂ ਹੋਰ ਕੀ-ਕੀ ਖਰੀਦ ਲਿਆਉਂਦੀ। ਘਰ ਸੀ ਕਿ ਸਾਰੇ ਦਾ ਸਾਰਾ ਬੱਚਿਆਂ ਦੀਆਂ ਚੀਜ਼ਾਂ ਨਾਲ ਭਰਦਾ ਜਾ ਰਿਹਾ ਸੀ। ਵਸੂ ਦੇ ਸਾਰੇ ਕੰਮ ਵਸੂਧਾ ਖੁਦ ਕਰਦੀ ਤੇ ਘਰ ਦੇ ਬਾਕੀ ਕੰਮ ਤਾਰਾ ਸਾਂਭਦੀ। ਸੁਧੀਰ ਵਸੂਧਾ ਨੂੰ ਖੁਸ਼ ਕਰਨ ਲਈ ਆਪ ਹੀ ਵਸੂ ਲਈ ਕੁਝ ਨਾ ਕੁਝ ਖਰੀਦ ਲਿਆਉਂਦਾ। ਹੁਣ ਉਹ ਵਸੂਧਾ ਨੂੰ ਆਪਣੇ ਨਾਲ ਲਿਜਾਣ ਤੋਂ ਗੁਰੇਜ਼ ਕਰਦਾ ਤੇ ਚੀਜ਼ਾਂ ਵੀ ਘਰ ਤੋਂ ਦੂਰ ਵਾਲੀਆਂ ਦੁਕਾਨਾਂ ਤੋਂ ਖਰੀਦਦਾ, ਕਿਉਂਕਿ ਦੁਕਾਨਦਾਰਾਂ ਦੀਆਂ ਅੱਖਾਂ ਵਿਚਲੇ ਸਵਾਲਾਂ ਦਾ ਉਸ ਤੋਂ ਸਾਹਮਣਾ ਨਾ ਹੁੰਦਾ। ਸੁਧੀਰ ਦੀਆਂ ਲਿਆਂਦੀਆਂ ਚੀਜ਼ਾਂ ਵੇਖ ਕੇ ਵਸੂਧਾ ਖੁਸ਼ ਹੋ ਜਾਂਦੀ ਤੇ ਕਦੀ-ਕਦੀ ਇਤਰਾ ਕੇ ਚੀਜ਼ਾਂ ਵਿੱਚ ਨੁਕਸ ਵੀ ਕੱਢ ਦਿੰਦੀ। ਤੁਹਾਨੂੰ ਮਰਦਾਂ ਨੂੰ ਕੀ ਪਤਾ ਕਿ ਬੱਚੇ ਦੀ ਸਾਫਟ ਸਕਿਨ ਲਈ ਕਿਹੋ ਜਿਹਾ ਕੱਪੜਾ ਠੀਕ ਹੁੰਦਾ ਤੇ ਕਿਹੋ ਜਿਹਾ ਨਹੀਂ। ਸੁਧੀਰ ਉਸ ਦੀ ਹਾਂ ਵਿੱਚ ਹਾਂ ਮਿਲਾਉਂਦਾ। ਵਸੂ ਦੀ ਸਿਹਤ ਦਾ ਖਿਆਲ ਰੱਖਣ ਦਾ ਵਾਸਤਾ ਦੇ ਕੇ ਬਹਾਨੇ ਨਾਲ ਸੁਧੀਰ ਨੇ ਵਸੂਧਾ ਨੂੰ ਇੱਕ ਵਾਰ ਫਿਰ ਤੋਂ ਡਾਕਟਰ ਕੋਲ ਲਿਜਾਣ ਦੀ ਕੋਸ਼ਿਸ਼ ਕੀਤੀ। ਵਸੂ ਦੇ ਨਾਮ ਤੇ ਵਸੂ ਦਾ ਇਨਕਾਰ ਨਾ ਕਰ ਸਕੀ। ਉਹ ਇੱਕ ਵਾਰ ਫਿਰ ਤੋਂ ਡਾਕਟਰ ਸਵਾਤੀ ਦੀ ਕਲੀਨਿਕ ਵਿੱਚ ਜਾਣ ਲੱਗੀ। ਡਾਕਟਰ ਦੇ ਕਹੇ ਮੁਤਾਬਕ ਸੁਧੀਰ ਹਰ ਹੀਲੇ ਵਸੂਧਾ ਨੂੰ ਖੁਸ਼ ਰੱਖਣ ਦਾ ਯਤਨ ਕਰਦਾ। ਦਫ਼ਤਰੋਂ ਮੁੜਦੇ ਸੁਧੀਰ ਦਾ ਸਕੂਟਰ ਹੁਣ ਆਪਣੇ ਆਪ ਹੀ ਬੱਚਿਆਂ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਅੱਗੇ ਰੁਕ ਜਾਂਦਾ। ਉਹ ਕਦੀ-ਕਦੀ ਟੈਡੀ ਬੀਅਰ, ਕਦੀ ਝੂਲਾ, ਕਦੀ ਖਿਡੌਣੇ ਆਦਿ ਖਰੀਦ ਲਿਆਉਂਦਾ। ਉਹ ਸਭ ਵੇਖ ਕੇ ਵਸੂਧਾ ਬਹੁਤ ਖੁਸ਼ ਹੁੰਦੀ ਤੇ ਸੁਧੀਰ ਨੂੰ ਵੀ ਇਹ ਸਭ ਕਰਦਿਆਂ ਇੱਕ ਸਕੂਨ ਜਿਹਾ ਮਿਲਣ ਲੱਗ ਪਿਆ। ਵਸੂ ਲਈ ਕੁਝ ਵੀ ਕਰਨਾ ਸੁਧੀਰ ਨੂੰ ਹੁਣ ਬੋਝ ਨਹੀਂ ਸੀ ਲੱਗਦਾ। ਉਹ ਜਿਵੇਂ ਉਸ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੋ ਗਿਆ ਹੋਵੇ। ਵਸੂ ਤੇ ਆਪਣਾ ਚੈੱਕਅਪ ਕਰਾਉਣ ਲਈ ਵਸੂਧਾ ਸਮੇਂ-ਸਮੇਂ ਤੇ ਡਾਕਟਰ ਸਵਾਤੀ ਦੀ ਕਲੀਨਿਕ ਤੇ ਜਾਣ ਲੱਗ ਪਈ ਸੀ। ਸੁਧੀਰ ਆਨੀ ਬਹਾਨੀ ਵਸੂਧਾ ਨੂੰ ਦਵਾਈ ਵੀ ਖਵਾ ਦਿੰਦਾ। ਜਦੋਂ ਵਸੂਧਾ ਦਵਾਈ ਖਾ ਕੇ ਸੌਂ ਜਾਂਦੀ ਤਾਂ ਸੁਧੀਰ ਉਹਦੀ ਹਿੱਕ ਨਾਲ ਚਿਪਕੇ ਵਸੂ ਨੂੰ ਹੌਲੀ-ਹੌਲੀ ਕਰਕੇ ਚੁੱਕਦਾ ਤੇ ਆਪਣੀ ਹਿੱਕ ਤੇ ਪਾ ਲੈਂਦਾ ਤੇ ਸੁੱਤੇ ਸਿੱਧੀ ਉਸ ਨੂੰ ਕਿੰਨਾ ਚਿਰ ਪਲੋਸਦਾ ਰਹਿੰਦਾ। ਵਸੂ ਨੂੰ ਪਲੋਸਦਾ ਸੁਧੀਰ ਕਿਸੇ ਹੋਰ ਹੀ ਦੁਨੀਆ ਵਿੱਚ ਪਹੁੰਚ ਜਾਂਦਾ। ਉਸ ਨੂੰ ਜਾਪਦਾ ਜਿਵੇਂ ਉਸ ਦੀ ਹਿੱਕ ਤੇ ਲੇਟਿਆ ਵਸੂ ਉਹ ਖੁਦ ਹੋਵੇ ਤੇ ਸੁਧੀਰ ਦੀ ਜਗ੍ਹਾ ਤੇ ਸੁਧੀਰ ਦੀ ਮਾਂ ਉਸ ਨੂੰ ਹੌਲੀ-ਹੌਲੀ ਪਲੋਸ ਕੇ ਪਿਆਰ ਕਰ ਰਹੀ ਹੋਵੇ। ਸੁਧੀਰ ਨੂੰ ਆਨੰਦ ਦੀ ਉਹ ਅਨੁਭੂਤੀ ਹੁੰਦੀ ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ। ਉਸ ਦੇ ਅਵਚੇਤਨ ਵਿੱਚ ਪਈ ਇੱਕ ਲੋਰੀ ਦੀ ਮੱਧਮ ਜਿਹੀ ਆਵਾਜ਼ ਉਸ ਦੇ ਕੰਨਾਂ ਵਿੱਚ ਗੂੰਜਦੀ। ਸੌਂ ਜਾਵੇ ਨਿੱਕਿਆ ਤੂੰ, ਤੇਰੀ ਦਾਦੀ ਕੱਤੇ ਰੂੰ। ਸੌਂ ਜਾਵੇ ਨਿੱਕਿਆ ਤੂੰ, ਤੇਰੀ ਦਾਦੀ ਕੱਤੇ ਰੂੰ। ਅਚਾਨਕ ਵਸੂਧਾ ਦੀ ਨੀਂਦ ਖੁੱਲਦੀ ਤਾਂ ਉਹ ਵਸੂ ਨੂੰ ਸੁਧੀਰ ਤੋਂ ਲੈ ਕੇ ਝਪਟਾ ਮਾਰ ਕੇ ਖੋ ਲੈਂਦੀ। ਫਿਰ ਸੁਧੀਰ ਨੂੰ ਰਸੋਈ ਵਿੱਚ ਜਾ ਕੇ ਉਹਦੇ ਦੁੱਧ ਦੀ ਬੋਤਲ ਲਿਆਉਣ ਲਈ ਕਹਿੰਦੀ। ਸੁਧੀਰ ਰਸੋਈ ਵਿੱਚ ਜਾਂਦਾ, ਗੈਸ ਬਾਲਦਾ, ਦੁੱਧ ਗਰਮ ਕਰਦਾ ਤੇ ਫਿਰ ਚੈੱਕ ਕਰਕੇ ਬੋਤਲ ਵਿੱਚ ਪਾਉਂਦਾ। ਉਸ ਨੂੰ ਪਤਾ ਸੀ ਵਸੂਧਾ ਫਿਰ ਤੋਂ ਦੁੱਧ ਨੂੰ ਚੈੱਕ ਕਰੇਗੀ। ਵਸੂਧਾ ਵਸੂ ਨੂੰ ਹਿੱਕ ਨਾਲ ਲਾ ਕੇ ਸਾੜੀ ਦਾ ਪੱਲਾ ਉਸ ਉੱਪਰ ਦੇ ਕੇ ਬੋਤਲ ਉਸ ਦੇ ਮੂੰਹ ਨੂੰ ਲਾ ਦਿੰਦੀ। ਉਸ ਨੂੰ ਪਤਾ ਹੀ ਨਾ ਲੱਗਦਾ ਕਿ ਉਹ ਦੁੱਧ ਬੋਤਲ ਵਿੱਚੋਂ ਵਗ ਕੇ ਕੱਪੜਿਆਂ ਵਿੱਚ ਸਮਾ ਜਾਂਦਾ। ਕੁਝ ਬਚ ਜਾਂਦਾ ਤਾਂ ਉਹ ਰੋੜ ਦਿੰਦੀ। ਸੁਧੀਰ ਟਾਈਮ ਤੇ ਵਸੂਧਾ ਨੂੰ ਡਾਕਟਰ ਸਵਾਤੀ ਕੋਲ ਲੈ ਕੇ ਜਾਂਦਾ। ਉਹ ਵਸੂਧਾ ਦਾ ਤੇ ਵਸੂ ਦਾ ਪੂਰਾ ਖਿਆਲ ਰੱਖਦਾ। ਬਾਹਰੋਂ ਆਉਂਦਿਆਂ ਸਾਰੀ ਉਹ ਸਭ ਤੋਂ ਪਹਿਲਾਂ ਵਸੂਧਾ ਕੋਲੋਂ ਵਸੂ ਬਾਰੇ ਪੁੱਛਦਾ। ਉਸਨੇ ਦੁੱਧ ਪੀਤਾ ਕਿ ਨਹੀਂ, ਸੁੱਤਾ ਕਿ ਨਹੀਂ, ਰੋਇਆ ਤਾਂ ਨਹੀਂ, ਤੇ ਹੋਰ ਵੀ ਕਈ ਕੁਝ ਪੁੱਛਦਾ। ਵਸੂਧਾ ਖੁਸ਼ੀ-ਖੁਸ਼ੀ ਸਭ ਗੱਲਾਂ ਦੱਸਦੀ। ਸੁਧੀਰ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਵਸੂ ਲਈ ਲੈ ਕੇ ਆਉਂਦਾ। ਬੈੱਡ ਤੇ ਲਿਟੇ ਵਸੂ ਨਾਲ ਗੱਲਾਂ ਕਰਦਾ ਰਹਿੰਦਾ, ਉਹਨੂੰ ਖਿਡਾਉਂਦਾ, ਆਪ ਗੱਲਾਂ ਕਰਕੇ ਆਪ ਹੀ ਹੁੰਗਾਰੇ ਭਰਦਾ ਰਹਿੰਦਾ। ਵਸੂਧਾ ਉਹਨਾਂ ਦੋਵਾਂ ਨੂੰ ਖੇਡਦੇ ਵੇਖ ਕੇ ਖੁਸ਼ ਹੁੰਦੀ। ਕਈ ਮਹੀਨੇ ਇੰਝ ਹੀ ਬੀਤ ਗਏ। ਹੁਣ ਵਸੂਧਾ ਸੁਧੀਰ ਕੋਲੋਂ ਵਸੂ ਨੂੰ ਖੋਹਦੀ ਨਹੀਂ ਸੀ, ਸਗੋਂ ਵਸੂ ਨੂੰ ਉਹਦੇ ਕੋਲ ਫੜਾ ਕੇ ਕੋਈ ਹੋਰ ਕੰਮ ਵੀ ਕਰ ਲੈਂਦੀ। ਸੁਧੀਰ ਆਪੇ ਹੀ ਵਸੂ ਨੂੰ ਦੁੱਧ ਪਿਲਾ ਦਿੰਦਾ ਤੇ ਟੇਢੀ ਅੱਖ ਨਾਲ ਵਸੂਧਾ ਵੱਲ ਵੇਖ ਕੇ ਮੁਸਕਰਾ ਵੀ ਪੈਂਦਾ। ਵਸੂ ਨੂੰ ਪਿਆਰ ਕਰਨਾ ਤੇ ਉਸਦੇ ਸਾਰੇ ਕੰਮ ਹੁਣ ਸੁਧੀਰ ਵਸੂਧਾ ਨੂੰ ਵਿਖਾਉਣ ਲਈ ਨਹੀਂ ਸੀ ਕਰਦਾ, ਸਗੋਂ ਉਹ ਵਸੂ ਨਾਲ ਇੰਨਾ ਰਚ ਮਿਚ ਗਿਆ ਸੀ ਕਿ ਉਸਦੇ ਸਾਰੇ ਕੰਮ ਉਸ ਕੋਲੋਂ ਆਪਣੇ ਆਪ ਹੀ ਹੋਈ ਜਾਂਦੇ। ਵਸੂ ਨੂੰ ਖਿਡਾਉਣਾ, ਦੁੱਧ ਪਿਲਾਉਣਾ, ਲੋਰੀ ਦੇ ਕੇ ਸਲਾਉਣਾ ਜਿਵੇਂ ਉਸਦੇ ਖੱਬੇ ਹੱਥ ਦਾ ਖੇਡ ਹੋ ਗਿਆ ਹੋਵੇ। ਡਾਕਟਰ ਸਵਾਤੀ ਦੀ ਕਾਉਂਸਲਿੰਗ ਨਾਲ ਵਸੂਧਾ ਦੇ ਬਿਹੇਵੀਅਰ ਵਿੱਚ ਤਬਦੀਲੀ ਆਉਣ ਲੱਗ ਪਈ ਸੀ। ਹੁਣ ਵਸੂਧਾ ਤਾਰਾ ਨਾਲ ਵੀ ਡਾਕਟਰ ਸਵਾਤੀ ਦੀ ਕਲੀਨਿਕ ਤੇ ਜਾ ਆਉਂਦੀ। ਕਦੀ-ਕਦੀ ਵਸੂ ਨੂੰ ਤਾਰਾ ਕੋਲ ਸਵਾ ਕੇ ਕਾਰਨਰ ਸ਼ਾਪ ਤੋਂ ਘਰ ਦਾ ਕੋਈ ਜ਼ਰੂਰੀ ਸਮਾਨ ਖਰੀਦ ਲਿਆਉਂਦੀ। ਇਸੇ ਤਰ੍ਹਾਂ ਸਮਾਨ ਲੈਣ ਗਈ ਵਸੂਧਾ ਇੱਕ ਦਿਨ ਸੁਧੀਰ ਨੂੰ ਰਸਤੇ ਵਿੱਚ ਮਿਲ ਗਈ। ਵਸੂਧਾ, ਤੂੰ ਇੱਥੇ? ਵਸੂ ਕੋਲ ਕੌਣ ਹੈ? ਸੁਧੀਰ ਨੇ ਚਿੰਤਾ ਜੀ ਨਾਲ ਪੁੱਛਿਆ।
ਉਹ ਸੁੱਤਾ ਪਿਆ ਸੀ। ਤਾਰਾ ਹੈ ਉਸਦੇ ਕੋਲ, ਵਸੂਦਾ ਨੇ ਸਹਿਜ ਜਵਾਬ ਦਿੱਤਾ। ਇੰਜ ਵਸੂ ਨੂੰ ਇਕੱਲਾ ਛੱਡ ਕੇ ਨਾ ਆਇਆ ਕਰ। ਠੀਕ ਹੈ, ਕਹਿ ਕੇ ਉਹ ਸੁਧੀਰ ਦੇ ਨਾਲ ਘਰ ਪਰਤ ਆਈ ਸੀ। ਸੁਧੀਰ ਭੱਜ ਕੇ ਕਮਰੇ ਵਿੱਚ ਗਿਆ। ਵਸੂ ਨੂੰ ਬੈੱਡ ਤੇ ਲੇਟਿਆਂ ਵੇਖ ਕੇ ਸੁਧੀਰ ਦੇ ਮਨ ਨੂੰ ਜਿਵੇਂ ਤਸੱਲੀ ਦੀ ਹੋਈ ਸੀ। ਡਾਕਟਰ ਸਵਾਤੀ ਦੀਆਂ ਕਾਉਂਸਲਿੰਗ ਤੇ ਦਵਾਈਆਂ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ। ਹੁਣ ਵਸੂ ਦੀ ਅਸਲੀਅਤ ਤੋਂ ਕੁਝ ਵਾਕਿਫ ਹੋਣਾ ਸ਼ੁਰੂ ਹੋ ਗਈ ਸੀ। ਸੁਣੋ, ਸਾਰਾ ਘਰ ਵਸੂ ਦੇ ਸਮਾਨ ਨਾਲ ਭਰਿਆ ਪਿਆ। ਚੀਜ਼ਾਂ ਰੱਖਣ ਦੀ ਥਾਂ ਨਹੀਂ ਹੈ ਘਰ ਵਿੱਚ। ਹੁਣ ਇੰਨਾ ਸਮਾਨ ਨਾ ਲਿਆ ਕਰੋ। ਇੱਕ ਦਿਨ ਜਦੋਂ ਸੁਧੀਰ ਨੇ ਸਮਾਨ ਦਾ ਭਰਿਆ ਲਿਫਾਫਾ ਵਸੂਦਾ ਨੂੰ ਫੜਾਇਆ ਤਾਂ ਉਸਨੇ ਲਾਪਰਵਾਹੀ ਜਿਹੀ ਨਾਲ ਕਿਹਾ। ਸੁਧੀਰ ਬਿਨਾਂ ਕੁਝ ਬੋਲੇ ਕਮਰੇ ਵਿੱਚ ਜਾ ਵੜਿਆ ਤੇ ਵਸੂ ਨਾਲ ਖੇਡਣ ਲੱਗਾ ਤੇ ਚੋਰ ਅੱਖ ਨਾਲ ਉਹ ਵਸੂਦਾ ਨੂੰ ਵੀ ਵੇਖ ਲੈਂਦਾ। ਡਾਕਟਰ ਸਵਾਤੀ ਦੀ ਮਿਹਨਤ ਰੰਗ ਲਿਆਉਣ ਲੱਗੀ ਸੀ। ਵਸੂਦਾ ਹੁਣ ਕਾਫੀ ਹੱਦ ਤੱਕ ਠੀਕ ਹੋ ਗਈ ਸੀ। ਹੁਣ ਉਹ ਘਰ ਵਿੱਚ ਪਈਆਂ ਫਾਲਤੂ ਚੀਜ਼ਾਂ, ਕੱਪੜੇ, ਖਿਡੌਣੇ ਮੰਗਣ ਵਾਲੇ ਬੱਚਿਆਂ ਨੂੰ ਦੇਣ ਲੱਗੀ। ਸੁਧੀਰ ਫਿਰ ਤੋਂ ਕਿੰਨਾ ਸਾਰਾ ਬੱਚਿਆਂ ਦਾ ਸਮਾਨ ਘਰ ਲੈ ਆਉਂਦਾ। ਹੁਣ ਵਸੂਦਾ ਨੂੰ ਮਨ ਹੀ ਮਨ ਸੁਧੀਰ ਤੇ ਗੁੱਸਾ ਆਉਣ ਲੱਗ ਪਿਆ ਸੀ। ਉਹ ਜਿੰਨੀ ਸਾਫ਼ ਸਫਾਈ ਕਰਕੇ ਥਾਂ ਵਿਹਲਾ ਕਰਦੀ, ਸੁਧੀਰ ਓਨਾ ਹੀ ਸਮਾਨ ਲਿਆ ਕੇ ਖਿਲਾਰਾ ਵਧਾ ਦਿੰਦਾ। ਆਪਣੇ ਲਿਆਂਦੇ ਖਿਡੌਣੇ ਚੁੱਕ ਕੇ ਵਸੂ ਨਾਲ ਖੇਡਦਾ ਤੇ ਖੁਸ਼ ਹੁੰਦਾ ਰਹਿੰਦਾ। ਵਸੂਦਾ ਉਸ ਨੂੰ ਵੇਖ ਕੇ ਹੁਣ ਖੁਸ਼ ਨਹੀਂ ਹੁੰਦੀ, ਸਗੋਂ ਖਿਝ ਜਾਂਦੀ। ਪਰ ਸੁਧੀਰ ਆਪਣੇ ਆਪ ਤੇ ਵਸੂ ਨਾਲ ਕਿਸੇ ਹੋਰੀ ਦੁਨੀਆ ਵਿੱਚ ਮਸਤ ਰਹਿੰਦਾ। ਇੱਕ ਦਿਨ ਸੁਧੀਰ ਦਫ਼ਤਰੋਂ ਘਰ ਪਰਤਿਆ ਤਾਂ ਵਸੂਦਾ ਵਿਹੜੇ ਵਿੱਚ ਇਕੱਲੀ ਬੈਠੀ ਸੀ। ਵਸੂ ਕਿੱਥੇ ਹੈ? ਸੁਧੀਰ ਨੇ ਅਧੀਰਤਾ ਨਾਲ ਪੁੱਛਿਆ। ਸੁਣੋ ਪਲੀਜ਼, ਮੇਰੇ ਕੋਲ ਬੈਠੋ। ਹਾਂ, ਬੈਠਦਾ ਹਾਂ, ਪਰ ਇਹ ਤਾਂ ਦੱਸ ਵਸੂ ਕਿੱਥੇ ਹੈ? ਸੌਂ ਰਿਹਾ? ਨਹੀਂ, ਉਹ ਸੌਂ ਨਹੀਂ ਰਿਹਾ ਸੁਧੀਰ। ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਹੁਣ ਮੈਂ ਠੀਕ ਹਾਂ। ਹਾਂ, ਮੈਂ ਜਾਣਦਾ ਹਾਂ ਕਿ ਮੇਰੀ ਮਿੱਠੀ ਤਾਂ ਕਦੇ ਬਿਮਾਰ ਸੀ ਹੀ ਨਹੀਂ, ਪਰ ਇਹ ਤਾਂ ਦੱਸ ਕਿ ਵਸੂ ਕਿੱਥੇ ਹੈ? ਵਸੂ ਨਹੀਂ ਹੈ। ਮੇਰਾ ਮਤਲਬ ਵਸੂ ਕੋਈ ਹੈ ਹੀ ਨਹੀਂ ਸੀ। ਵਸੂ ਦਾ ਥੋੜਾ ਝਿਜਕਦਿਆਂ ਬੋਲੀ। ਇਹ ਤੂੰ ਕੀ ਕਹਿ ਰਹੀ ਹੈ? ਸੁਧੀਰ ਦੀ ਆਵਾਜ਼ ਅਚਨਚੇਤ ਤੇਜ਼ ਹੋ ਗਈ। ਮੈਂ ਠੀਕ ਕਹਿ ਰਹੀ ਹਾਂ ਸੁਧੀਰ, ਮੈਂ ਹੁਣ ਬਿਲਕੁਲ ਠੀਕ ਠਾਕ ਹਾਂ। ਮੈਨੂੰ ਸਮਝ ਲੱਗ ਗਈ ਹੈ ਕਿ ਉਹ ਵਸੂ ਕੋਈ ਸਾਡਾ ਬੱਚਾ ਨਹੀਂ ਸੀ। ਉਹ ਤਾਂ ਪਲਾਸਟਿਕ ਦਾ ਇੱਕ ਗੁੱਡਾ ਸੀ ਜਿਸ ਨੂੰ ਮੈਂ ਆਪਣੇ ਘਰ ਦੇ ਪਿਛਵਾੜੇ ਸੁੱਟ ਦਿੱਤਾ। ਹੁਣ ਸਾਨੂੰ ਉਸ ਦੀ ਕੋਈ ਲੋੜ ਨਹੀਂ। ਵਸੂਦਾ ਨੇ ਸੁਧੀਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ। ਸੁਧੀਰ ਬਿਨਾਂ ਵਕਤ ਗਵਾਇਆਂ ਤੇਜ਼ੀ ਨਾਲ ਪੌੜੀਆਂ ਚੜ੍ਹ ਕੇ ਕੋਠੇ ਪਹੁੰਚ ਗਿਆ ਤੇ ਫਿਰ ਓਨੀ ਹੀ ਤੇਜ਼ੀ ਨਾਲ ਪੌੜੀਆਂ ਉਤਰ ਕੇ ਘਰ ਦੇ ਪਿਛਵਾੜੇ ਜਾ ਪਹੁੰਚਾ। ਵਸੂਦਾ ਖੜੀ ਸੁਧੀਰ ਨੂੰ ਹੈਰਾਨੀ ਨਾਲ ਤੱਕਦੀ ਰਹੀ। ਕੁਝ ਚਿਰ ਮਗਰੋਂ ਸੁਧੀਰ ਉਸ ਪਲਾਸਟਿਕ ਦੇ ਗੁੱਡੇ ਨੂੰ ਮੋਢੇ ਲਾਈ ਹੌਲੇ ਕਦਮਾਂ ਨਾਲ ਵਾਪਸ ਆ ਗਿਆ ਤੇ ਬਿਨਾਂ ਕੁਝ ਕਹੇ ਅੰਦਰ ਬੈੱਡ ਤੇ ਜਾ ਕੇ ਲੇਟ ਵਸੂ ਨੂੰ ਆਪਣੀ ਹਿੱਕ ਤੇ ਲਟਾ ਲੋਰੀ ਸੁਣਾ ਕੇ ਥਾਪੜਨ ਲੱਗਾ। ਸੌਂ ਜਾਵੇ ਨਿੱਕਿਆ ਤੂੰ, ਤੇਰੀ ਦਾਦੀ ਕੱਤਦੀ ਰੂੰ। ਸੌਂ ਜਾਵੇ ਨਿੱਕਿਆ ਤੂੰ, ਤੇਰੀ ਦਾਦੀ ਕੱਤਦੀ ਰੂੰ। ਵਸੂਦਾ ਦੀਆਂ ਅੱਖਾਂ ਵਿੱਚੋਂ ਪਰਲ ਹੰਝੂ ਵਹਿ ਤੁਰੇ। ਧੰਨਵਾਦ।